ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅਤੇ ਤੁਹਾਡੇ ਲਈ ਹਮੇਸ਼ਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੋ ਰਹੇ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਅਤੇ ਇਸ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਮੈਂ ਇਸ ਸ਼ੋਅ ਦਾ ਮੇਜ਼ਬਾਨ ਸੁਦੀਪ ਸਿੰਘ ਢਿੱਲੋਂ। ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕਾਫੀ ਉਥਲ-ਪੁਥਲ ਨਜ਼ਰ ਆਈ ਹੈ ਅਤੇ ਪੰਜਾਬ ਦੇ ਸਿਆਸੀ ਮਾਹੌਲ ਦੇ ਨਾਲ ਕਈ ਹੋਰ ਚੀਜ਼ਾਂ ਵੀ ਜੁੜਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਜੋ ਵੇਖਣ ਨੂੰ ਤਾਂ ਸਿਆਸੀ ਨਹੀਂ ਲੱਗਦੀਆਂ, ਪਰ ਇਹਨਾਂ ਦੀ ਤਾਰ ਜ਼ਰੂਰ ਸਿਆਸਤਦਾਨਾਂ ਦੇ ਨਾਲ, ਸਿਆਸੀ ਪਾਰਟੀਆਂ ਦੇ ਨਾਲ, ਸਿਆਸੀ ਮਾਹੌਲ ਦੇ ਨਾਲ ਜੁੜਦੇ ਹੋਏ ਵਿਖਾਈ ਦਿੰਦੇ ਨੇ। ਇਹਨਾਂ ਸੰਬੰਧੀ ਚਰਚਾ ਕਰਾਂਗੇ ਪ੍ਰਮੁੱਖਤਾ ਨਾਲ ਅੱਜ ਦੇ ਪ੍ਰਮੁੱਖ ਸਮੇਂ ਦੌਰਾਨ। ਇਸ ਤੋਂ ਇਲਾਵਾ ਹੋਰ ਵਿਸ਼ਿਆਂ ਨੂੰ ਵੀ ਛੂਹਾਂਗੇ। ਇਹਨਾਂ ਸੰਬੰਧੀ ਤਫਸੀਲੀ ਜਾਣਕਾਰੀ ਤੁਹਾਨੂੰ ਦੇਵਾਂਗੇ ਅੱਜ ਦੇ ਇਸ ਲਾਈਵ ਸ਼ੋਅ ਦੇ ਸਮੁੱਚੇ ਸਮੇਂ ਦੌਰਾਨ। ਸੋ ਜ਼ਰੂਰ ਇਸੇ ਤਰ੍ਹਾਂ ਜੁੜੇ ਰਹੋ, ਵੇਖਦੇ ਰਹੋ ਅੱਜ ਦੀ ਗੱਲ ਲਾਈਵ ਸ਼ੋਅ। ਅਤੇ ਅੱਜ ਦੀ ਇਸ ਸਮੁੱਚੀ ਗੱਲਬਾਤ ਦੌਰਾਨ ਇਹਨਾਂ ਸਾਰੇ ਮੁੱਦਿਆਂ ਬਾਰੇ ਤੁਹਾਨੂੰ ਬਹੁਤ ਸਰਲ ਸੌਖੇ ਸ਼ਬਦਾਂ ਵਿੱਚ ਜਾਣਕਾਰੀ ਦੇਵਾਂਗੇ। ਸੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਗੱਲਬਾਤ ਦੇ ਨਾਲ ਜੁੜੇ ਰਹੋ ਅਤੇ ਇਸ ਗੱਲਬਾਤ ਨੂੰ, ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਦੇ ਜਾਇਓ ਤਾਂ ਕਿ ਗੱਲਬਾਤ, ਨੁਕਤੇ ਅਤੇ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਅਤੇ ਉਹ ਇਸ ਜਾਣਕਾਰੀ ਤੋਂ ਲਾਹਾ ਲੈ ਸਕਣ। ਇਸ ਦੇ ਨਾਲ ਇਸ ਗੱਲਬਾਤ ਦੇ ਸਮੁੱਚੇ ਸਮੇਂ ਦੌਰਾਨ ਤੁਸੀਂ ਵੀ ਆਪਣੀ ਗੱਲ ਨਾਲ ਜੋੜ ਸਕਦੇ ਹੋ, ਆਪਣੇ ਵਿਚਾਰ ਦੱਸ ਸਕਦੇ ਹੋ। ਤੁਹਾਨੂੰ ਖੁੱਲ੍ਹਾ ਸੱਦਾ ਹੈ ਇਹਨਾਂ ਵਿਸ਼ਿਆਂ ਬਾਰੇ, ਜਿਹੜੇ ਵੀ ਵਿਸ਼ੇ ਸੰਬੰਧੀ ਆਪਾਂ ਗੱਲ ਕਰਨੀ ਹੈ ਪ੍ਰੋਗਰਾਮ ਵਿੱਚ। ਕਿਸੇ ਵੀ ਵੇਲੇ ਤੁਸੀਂ ਆਪਣੀ ਗੱਲ ਸਾਡੇ ਤੱਕ ਲਿਖ ਕੇ ਭੇਜ ਸਕਦੇ ਹੋ। ਪੰਜਾਬ ਦੇ ਜਲੰਧਰ ਹਲਕੇ ਦੀ ਜ਼ਿਮਨੀ ਚੋਣ ਲਈ ਮੈਦਾਨ ਭਖਿਆ ਹੋਇਆ ਅਤੇ ਲੋਕ ਸਭਾ ਚੋਣਾਂ ਦੀ ਵੀ ਗੱਲ ਚੱਲ ਰਹੀ ਹੈ ਜੋ ਆਉਣ ਵਾਲੇ ਸਮਿਆਂ ਦੌਰਾਨ ਹੋਣੀਆਂ ਨੇ। ਕੁਝ ਸਿਆਸੀ ਪਾਰਟੀਆਂ ਦੇ ਦਰਜੇ ਸੰਬੰਧੀ ਵੀ ਖਬਰ ਸਾਹਮਣੇ ਆ ਚੁੱਕੀ ਹੈ ਪਿਛਲੇ ਦਿਨੀ। ਉਹਨਾਂ ਦੇ ਦਰਜਿਆਂ ਵਿੱਚ ਕੌਣ ਕੌਮੀ ਪਾਰਟੀ ਹੈ, ਕੌਣ ਕੌਮੀ ਪਾਰਟੀ ਨਹੀਂ ਹੋਊਗੀ, ਉਹਦੇ ਵਿੱਚ ਵੀ ਤਬਦੀਲੀਆਂ ਹੋ ਚੁੱਕੀਆਂ ਨੇ। ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ, ਨੈਸ਼ਨਲ ਪਾਰਟੀ ਦਾ ਦਰਜਾ ਮਿਲ ਗਿਆ ਬੀਤੇ ਦਿਨੀ ਅਤੇ ਤ੍ਰਿਣਮੂਲ ਕਾਂਗਰਸ, CPI, NCP ਇਹੋ ਜਿਹੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਤੋਂ ਨੈਸ਼ਨਲ ਪਾਰਟੀ, ਕੌਮੀ ਪਾਰਟੀ ਹੋਣ ਦਾ ਦਰਜਾ ਖੁੱਸ ਗਿਆ। ਸੋ ਇਹ ਸਾਰਾ ਕੁਝ ਵੀ ਹੋਇਆ ਅਤੇ ਹੁਣ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ। ਤਾਜ਼ਾ ਉਮੀਦਵਾਰਾਂ ਦੇ ਨਾਂ ਵੀ ਸਾਹਮਣੇ ਆ ਚੁੱਕੇ ਨੇ। ਇਸ ਬਾਰੇ ਵੀ ਗੱਲ ਕਰਾਂਗੇ, ਪਰ ਪ੍ਰਮੁੱਖ ਤੌਰ 'ਤੇ ਦੋ ਘਟਨਾਕ੍ਰਮ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਨਾ ਬਣਦਾ ਇਸ ਸਿਆਸੀ ਗੱਲਬਾਤ ਤੋਂ ਪਹਿਲਾਂ। ਇੱਕ ਤਾਂ ਇਹ ਹੈ ਕਿ ਸੰਨ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲਿਆਂ ਦੀ ਗੂੰਜ ਇੱਕ ਵਾਰ ਫੇਰ ਪੈਣੀ ਸ਼ੁਰੂ ਹੋ ਗਈ ਹੈ। ਬਹੁਤ ਵਾਰ ਨਾਂ ਆ ਚੁੱਕਾ ਹੈ, ਪੀੜਤ ਪਰਿਵਾਰ ਵੀ ਦੱਸ ਚੁੱਕੇ ਨੇ। ਜਗਦੀਸ਼ ਟਾਈਟਲਰ ਦਾ ਨਾਂ ਵਾਰ-ਵਾਰ ਆਉਂਦਾ, ਲਗਾਤਾਰ ਆਉਂਦਾ, ਮੁੱਖ ਮੁਲਜ਼ਮ ਵਜੋਂ ਵੀ ਨਾਂ ਆਉਂਦਾ ਰਿਹਾ, ਮਾਮਲੇ ਵੀ ਚੱਲ ਰਹੇ ਨੇ। ਹੁਣ ਇੱਕ ਹੋਰ ਮਾਮਲਾ ਜਿਹੜਾ ਆ ਦਿੱਲੀ ਦੇ ਇੱਕ ਇਲਾਕੇ ਵਿੱਚ ਕੁਝ ਸਿੱਖਾਂ ਨੂੰ ਕਤਲ ਕੀਤੇ ਜਾਣ ਦਾ ਮਾਮਲਾ 1984 ਦੇ ਉਹਨਾਂ ਕਤਲੇਆਮ ਦੇ ਦਿਨਾਂ ਦੌਰਾਨ। ਉਹਦੇ ਵਿੱਚ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਸੈਂਪਲ ਲਏ ਗਏ ਨੇ CBI ਦੀ ਜਾਂਚ ਪ੍ਰਕਿਰਿਆ ਦੌਰਾਨ। ਦਰਅਸਲ ਦਿੱਲੀ ਦੇ ਇੱਕ ਸਿੱਖ ਆਗੂ ਨੇ ਮਨਜੀਤ ਸਿੰਘ GK, ਉਹਨਾਂ ਨੇ ਕੁਝ ਸਾਲ ਪਹਿਲਾਂ ਇੱਕ ਸਟਿੰਗ ਆਪਰੇਸ਼ਨ ਦਾ ਦਾਅਵਾ ਕੀਤਾ ਸੀ। ਉਸ ਸਟਿੰਗ ਆਪਰੇਸ਼ਨ ਦੇ ਵਿੱਚ ਜੋ ਆਵਾਜ਼ ਸੁਣਾਈ ਦਿੰਦੀ ਹੈ ਉਹਦੇ ਬਾਰੇ ਹੁਣ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਉਹ ਆਵਾਜ਼ ਜਗਦੀਸ਼ ਟਾਈਟਲਰ ਦੀ ਹੈ। ਇਸ ਲਈ ਫੋਰੈਂਸਿਕ ਲੈਬ ਵਿੱਚ ਬੀਤੇ ਦਿਨ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਸੈਂਪਲ ਲਏ ਗਏ ਨੇ। ਹੋਰ ਇਸ ਤੋਂ ਇਲਾਵਾ ਕੋਈ ਪੁੱਛ ਪੜਤਾਲ ਹੋਣ ਦੀ ਗੱਲ ਤਾਂ ਸਾਹਮਣੇ ਨਹੀਂ ਆ ਰਹੀ। ਸਿਰਫ ਇੰਨਾ ਪਤਾ ਲੱਗਾ ਸੀ ਕਿ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਸੈਂਪਲ ਲਏ ਗਏ ਨੇ। ਇਹ ਪਤਾ ਲਾਉਣ ਲਈ ਕਿ ਉਹ ਜਿਹੜੀ ਘਟਨਾ ਸੀ 1984 ਦੇ ਇੱਕ ਇਲਾਕੇ ਦੀ ਘਟਨਾ, ਰਿਹਾਇਸ਼ੀ ਇਲਾਕੇ ਦੀ, ਉਹਦੇ ਵਿੱਚ ਜੋ ਕਤਲੇਆਮ ਲਈ ਜ਼ਿੰਮੇਵਾਰ ਵਿਅਕਤੀ ਹੈ, ਜੋ ਆਵਾਜ਼ ਸੁਣਾਈ ਦਿੰਦੀ ਹੈ, ਉਹ ਜਗਦੀਸ਼ ਟਾਈਟਲਰ ਦੀ ਹੈ ਜਾਂ ਨਹੀਂ। ਇਹ ਚੀਜ਼ ਹੁਣ ਚੈੱਕ ਕੀਤੀ ਜਾਵੇਗੀ, ਜਾਂਚ ਦੀ ਹੋ ਰਹੀ। ਫੋਰੈਂਸਿਕ ਲੈਬ ਜ਼ਰੀਏ ਆਵਾਜ਼ ਦੇ ਸੈਂਪਲ ਮਿਲਾਏ ਜਾਣਗੇ। ਮਾਮਲੇ ਦੀ ਅਗਲੀ ਸੁਣਵਾਈ ਵੀ ਜਲਦ ਹੀ ਹੋਣੀ ਹੈ। ਇਸੇ ਮਾਮਲੇ ਵਿੱਚ ਮਨਜੀਤ ਸਿੰਘ GK ਨੂੰ ਵੀ ਸਮਨ ਭੇਜੇ ਗਏ ਸੀ, ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਸੋ ਇਹ ਜਿਹੜਾ ਮੁੱਦਾ ਹੈ 1984 ਦੇ ਸਿੱਖ ਵਿਰੋਧੀ ਕਤਲੇਆਮ ਦਾ ਮੁੱਦਾ, ਇਹ ਇੱਕ ਵਾਰ ਫਿਰ ਹੁਣ ਇਸ ਵੇਲੇ ਸਿਆਸੀ ਦ੍ਰਿਸ਼ ਵਿੱਚ ਵਾਪਸ ਚਰਚਾ ਵਿੱਚ ਆਉਂਦਾ ਹੋਇਆ ਵਿਖਾਈ ਦੇ ਰਿਹਾ। ਪਿਛਲੇ ਲੰਮੇ ਸਮੇਂ ਤੋਂ ਇਹਦੇ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ। ਆਮ ਤੌਰ 'ਤੇ ਹੁੰਦਾ ਇਹੀ ਹੈ ਨਾ ਕਿ ਨਵੰਬਰ ਦੇ ਸ਼ੁਰੂ ਵਾਲੇ ਦਿਨਾਂ ਦੌਰਾਨ ਇਹਨਾਂ ਘਟਨਾਵਾਂ ਦੀ ਗੱਲ ਹੁੰਦੀ ਹੈ, ਬਾਅਦ ਸਾਰੇ ਭੁੱਲ ਭੱਲ ਜਾਂਦੇ ਆ, ਮੁੜ ਕੇ ਪੀੜਤਾਂ ਦਾ ਕਿਸੇ ਨੂੰ ਚੇਤਾ ਨਹੀਂ ਆਉਂਦਾ। ਇਨਸਾਫ ਦੀ ਗੱਲ ਵੀ ਮੁੜ ਕੇ
ਉੱਭਰ ਕੇ ਬਾਹਰ ਸਾਹਮਣੇ ਨਹੀਂ ਆਉਂਦੀ। यूपी ਵਿੱਚ ਕੁਝ ਮਾਮਲੇ ਚੱਲ ਰਹੇ ਨੇ, SIT ਜਾਂਚ ਕਰ ਰਹੀ ਹੈ, ਕੁਝ ਕੇਸ ਦੁਬਾਰਾ ਖੁੱਲ੍ਹੇ ਨੇ, ਪਰ ਪ੍ਰਮੁੱਖ ਤੌਰ 'ਤੇ ਜ਼ਿਆਦਾ ਚਰਚਾ ਹੁੰਦੀ ਨਹੀਂ ਸਾਲ ਦੇ ਬਾਕੀ ਦਿਨਾਂ ਦੌਰਾਨ। ਹੁਣ ਇਸ ਵੇਲੇ ਦੁਬਾਰਾ ਇਹ ਮਾਮਲੇ ਸਾਹਮਣੇ ਆਏ ਨੇ, ਚਰਚਾ ਵਿੱਚ ਆਏ ਨੇ, ਸੁਰਖੀਆਂ ਵਿੱਚ ਆਏ ਨੇ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਵਾਪਸ ਇਹਨਾਂ ਮਾਮਲਿਆਂ ਦੀ ਗੱਲ ਸੁਰਖੀਆਂ ਵਿੱਚ ਆਉਣੀ ਸ਼ੁਰੂ ਹੋਈ ਹੈ। ਬੇਸ਼ੱਕ ਇੱਕ ਕਾਨੂੰਨੀ ਕਾਰਵਾਈ ਹੈ, ਅਦਾਲਤੀ ਕਾਰਵਾਈ ਹੈ, CBI ਰਾਹੀਂ ਚੱਲ ਰਹੀ ਕਾਰਵਾਈ ਹੈ, ਪਰ ਇਸ ਵੇਲੇ ਦੇ ਵਿੱਚ ਦੁਬਾਰਾ ਇੱਕ ਜਾਂਚ ਦੀ ਗੱਲ, ਫੋਰੈਂਸਿਕ ਰਿਪੋਰਟ ਦੀ ਗੱਲ, ਆਵਾਜ਼ ਦੇ ਸੈਂਪਲ ਦੀ ਗੱਲ ਹੋਣੀ ਸ਼ੁਰੂ ਹੋਈ ਹੈ। ਇਹ ਹੋ ਰਿਹਾ ਦਿੱਲੀ ਵਿੱਚ, ਦਿੱਲੀ ਨਾਲ ਸੰਬੰਧਿਤ ਮਾਮਲੇ ਵਿੱਚ, ਪਰ ਇਹਦਾ ਅਸਰ ਜ਼ਰੂਰ ਸਿਆਸੀ ਮਾਹੌਲ 'ਤੇ ਵੀ ਪੈਂਦਾ ਹੈ, ਕਿਉਂਕਿ ਜਗਦੀਸ਼ ਟਾਈਟਲਰ ਹੈ ਤਾਂ ਇੱਕ ਸਿਆਸਤਦਾਨ ਹੈ, ਇੱਕ ਸਿਆਸੀ ਪਾਰਟੀ ਦੇ ਨਾਲ ਹੈ, ਅਤੇ ਕਾਂਗਰਸ ਵੱਲੋਂ ਅਕਸਰ ਜਗਦੀਸ਼ ਟਾਈਟਲਰ ਨੂੰ ਕਈ ਥਾਵਾਂ ਉੱਤੇ ਪ੍ਰਮੁੱਖਤਾ ਦਿੱਤੇ ਜਾਣ ਦੀ ਗੱਲ ਵੀ ਸਾਹਮਣੇ ਆਉਂਦੀ ਰਹਿੰਦੀ ਹੈ, ਆਲੋਚਨਾ ਵੀ ਹੁੰਦੀ ਹੈ। ਕਾਂਗਰਸ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਇਸ ਮੁੱਦੇ 'ਤੇ ਕਾਂਗਰਸ ਨੂੰ ਸਵਾਲ ਵੀ ਪੁੱਛੇ ਜਾਂਦੇ ਨੇ ਕਿ ਜਿਹਦਾ ਨਾਂ ਕਤਲੇਆਮ ਦੇ ਮਾਮਲਿਆਂ 'ਚ ਮੋਹਰੇ ਆਉਂਦਾ ਹੈ, ਉਹਨੂੰ ਵੱਖ-ਵੱਖ ਪਦਵੀਆਂ, ਅਹੁਦੇ ਕਿਵੇਂ ਦਿੱਤੇ ਜਾਂਦੇ ਰਹੇ ਨੇ, ਚੋਣਾਂ ਵਿੱਚ ਵੀ ਉਮੀਦਵਾਰ ਕਿਵੇਂ ਬਣਾਇਆ ਜਾਂਦਾ ਰਿਹਾ, ਇਸ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ। ਸੰਭਾਵਨਾ ਹੈ ਕਿ ਆਉਂਦੇ ਦਿਨਾਂ ਦੌਰਾਨ ਹੋਰ ਸਵਾਲ ਵੀ ਉੱਠਣਗੇ। ਇਹ ਸੀ ਕਾਂਗਰਸ ਦੇ ਨਾਲ ਸੰਬੰਧਿਤ ਦਿੱਲੀ ਤੋਂ ਇੱਕ ਹਲਚਲ। ਕਾਂਗਰਸ ਦੇ ਨਾਲ ਸੰਬੰਧਿਤ ਹੀ ਪੰਜਾਬ ਵਿੱਚ ਵੀ ਇੱਕ ਹਲਚਲ ਚੱਲ ਰਹੀ ਹੈ। ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਇੱਕ ਵਾਰ ਫਿਰ ਜਾਂਚ ਦੇ ਘੇਰੇ ਵਿੱਚ ਸ਼ਾਮਲ ਕੀਤਾ ਹੋਇਆ ਹੈ, ਅਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਕੁਝ ਮਾਮਲੇ ਚੱਲ ਰਹੇ ਸੀ। ਹੁਣ ਚਰਨਜੀਤ ਸਿੰਘ ਚੰਨੀ ਨੂੰ ਵੀ ਵਿਜੀਲੈਂਸ ਬਿਊਰੋ ਦੀ ਰਡਾਰ ਉੱਪਰ ਰੱਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਆਪਣੇ ਵਿਦੇਸ਼ੀ ਲੰਮੇ ਦੌਰੇ ਤੋਂ ਵਾਪਸ ਪਰਤੇ ਸੀ ਤਾਂ ਮੁੜ ਕੇ ਉਹਨਾਂ ਦੇ ਖਿਲਾਫ ਇੱਕ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ, ਲੁੱਕਆਊਟ ਸਰਕੂਲਰ, ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਆਪਣਾ ਅਮਰੀਕਾ ਦਾ ਜਿਹੜਾ ਦੌਰਾ ਹੈ ਉਹ ਰੱਦ ਕਰਨਾ ਪਿਆ ਸੀ, ਇਸੇ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ। ਉਦੋਂ ਕਹਾਇਆ ਸੀ ਜਦੋਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰੇ ਅਫਸੋਸ ਪ੍ਰਗਟਾਉਣ ਗਏ ਸੀ, ਉਦੋਂ ਉਹਨਾਂ ਨੂੰ ਇਹ ਇੱਕ ਨੋਟਿਸ ਪੁਲਿਸ ਦੁਆਰਾ ਪਹੁੰਚਾਇਆ ਗਿਆ ਸੀ, ਤੁਹਾਨੂੰ ਯਾਦ ਹੋਣਾ ਉਸ ਘਟਨਾਕ੍ਰਮ ਦਾ। ਸੋ ਹੁਣ ਚੰਨੀ ਹੋਰਾਂ ਦਾ ਨਾਮ ਵੀ ਦੁਬਾਰਾ ਸੁਰਖੀਆਂ ਵਿੱਚ ਆ ਰਿਹਾ। ਬੀਤੇ ਦਿਨੀ ਕੁਝ ਅਫਵਾਹਾਂ ਇਹ ਵੀ ਚੱਲੀਆਂ ਸੀ ਕਿ ਚਰਨਜੀਤ ਸਿੰਘ ਚੰਨੀ ਹੋਰੀ ਸਿਆਸੀ ਪਾਰਟੀ ਬਦਲ ਸਕਦੇ ਨੇ। ਹਾਲਾਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਉਸ ਵੇਲੇ ਇਹੋ ਜਿਹਾ ਕੋਈ ਇਸ਼ਾਰਾ ਨਹੀਂ ਸੀ ਕੀਤਾ, ਪਰ ਇਹ ਚਰਚਾ ਜ਼ਰੂਰ ਚੱਲ ਪਈ ਸੀ। ਪਰ ਫਿਲਹਾਲ ਵਿਜੀਲੈਂਸ ਬਿਊਰੋ ਦੀ ਰਡਾਰ ਉੱਪਰ ਚੱਲ ਰਹੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਕਾਂਗਰਸ ਪਾਰਟੀ ਦੇ ਆਗੂਆਂ ਵੱਲ ਕਾਫੀ ਜ਼ਿਆਦਾ ਚੱਲਦੀ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਜਿਹੜੀ ਪਹਿਲੀ ਪ੍ਰਮੁੱਖ ਮੁਹਿੰਮ ਜਿਹੜੀ ਚਲਾਈ ਗਈ, ਵੱਡੀ ਜਿਹੜੀ ਇੱਕ ਕਾਰਵਾਈ ਕੀਤੀ ਕਿ ਇਹੀ ਸੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ, ਅਤੇ ਜ਼ਿਆਦਾਤਰ ਕਾਂਗਰਸੀ ਆਗੂ ਨਿਸ਼ਾਨੇ ਉੱਤੇ ਆਉਂਦੇ ਰਹੇ ਨੇ। ਹੁਣ ਚਰਨਜੀਤ ਸਿੰਘ ਚੰਨੀ ਵੱਲ ਵੀ ਨਿਸ਼ਾਨਾ ਚੱਲ ਰਿਹਾ ਲੱਗਦਾ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ ਪਿਛਲੇ ਦਿਨੀ ਗੱਲਬਾਤ ਸਾਹਮਣੇ ਆਈ ਸੀ, ਉਹਨਾਂ ਤੋਂ ਵੀ ਲਗਾਤਾਰ ਪੁੱਛ ਪੜਤਾਲ ਹੋ ਰਹੀ ਹੈ। ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ, ਸਿੰਚਾਈ ਘੁਟਾਲਾ, ਅਕਾਲੀ ਭਾਜਪਾ ਸਰਕਾਰ ਵੇਲੇ ਕਈ ਹੋਰ ਮਾਮਲੇ, ਕਈ ਹੋਰ ਚਰਚਿਤ ਨਾਂ ਜਿਹੜੇ ਨੇ ਉਹ ਇਸ ਮਾਮਲੇ ਵਿੱਚ ਆ ਚੁੱਕੇ ਨੇ। ਪਰ ਹੁਣ ਇਸ ਵੇਲੇ ਵੱਡੀਆਂ ਨਜ਼ਰਾਂ ਜਿਹੜੀਆਂ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਵੱਲ ਲੱਗਦੀਆਂ ਹੋਈਆਂ, ਉਧਰ ਨੂੰ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ। ਸੋ ਗੱਲ ਭਾਵੇਂ ਦਿੱਲੀ ਵਾਲੇ ਘਟਨਾਕ੍ਰਮ ਦੀ ਹੋਵੇ ਅਤੇ ਗੱਲ ਭਾਵੇਂ ਇਹ ਪੰਜਾਬ ਵਾਲੇ ਘਟਨਾਕ੍ਰਮ ਦੀ ਹੋਵੇ, ਇਹ ਮਾਮਲੇ ਅੱਡੋ ਅੱਡ ਨੇ, ਇਹਨਾਂ ਨੂੰ ਆਪਸ ਜੋੜ ਕੇ ਤਾਂ ਨਹੀਂ ਵੇਖਿਆ ਜਾ ਸਕਦਾ, ਪਰ ਇਹਨਾਂ ਦਾ ਅਸਰ ਪਊਗਾ ਸਿਆਸੀ ਮਾਹੌਲ ਉੱਪਰ, ਚੋਣਾਂ ਦੇ ਮਾਹੌਲ ਉੱਪਰ, ਜ਼ਿਮਨੀ ਚੋਣ ਦੇ ਮਾਹੌਲ ਉੱਪਰ। ਇਹ ਜ਼ਰੂਰ ਇੱਕ ਸੋਚਣ ਵਿਚਾਰਨ ਵਾਲਾ ਵਿਸ਼ਾ ਹੈ, ਕਿਉਂਕਿ ਕਾਫੀ ਕੁਝ ਹੋ ਰਿਹਾ ਹੈ ਚੋਣਾਂ ਤੋਂ ਪਹਿਲਾਂ, ਚੋਣਾਂ ਦੇ ਮਾਹੌਲ ਤੋਂ ਪਹਿਲਾਂ। ਅਤੇ ਚੋਣਾਂ ਦੇ ਮਾਹੌਲ ਤੋਂ ਪਹਿਲਾਂ ਕੋਈ ਵੀ ਚੀਜ਼ ਜਿਹੜੀ ਸੁਰਖੀਆਂ 'ਚ ਆਉਂਦੀ ਹੈ, ਸਿਆਸੀ ਪਾਰਟੀਆਂ ਉਹਦਾ ਲਾਹਾ ਨਫਾ ਨੁਕਸਾਨ ਜ਼ਰੂਰ ਵੇਖਦੀਆਂ ਨੇ। ਸੋ ਇਹ ਹੁਣ ਇੱਕ ਵੇਖਣ ਵਾਲੀ ਚੀਜ਼ ਹੋਵੇਗੀ ਕਿ ਸਿਆਸੀ ਮਾਹੌਲ ਉੱਪਰ ਕੀ ਅਸਰ ਪੈਂਦਾ ਹੈ। ਅਤੇ ਜਦੋਂ ਗੱਲ ਸਿਆਸੀ ਮਾਹੌਲ ਦੀ ਹੁੰਦੀ ਹੈ ਤਾਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਲਗਾਤਾਰ ਹੋ ਰਿਹਾ। ਲਗਭਗ ਸਿਆਸੀ ਪਿੜ ਸੱਜ ਚੁੱਕਾ ਹੈ। ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਮਰਹੂਮ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਹੋਰਾਂ ਦੀ ਪਤਨੀ ਬੀਬੀ ਕਰਮਜੀਤ ਕੌਰ ਜੀ ਨੂੰ ਉਮੀਦਵਾਰ ਐਲਾਨਿਆ ਸੀ। ਉਸ ਤੋਂ ਬਾਅਦ ਫਿਰ ਇਸ ਸੀਟ ਲਈ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਹੀ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨਿਆ। ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਗੱਠਜੋੜ ਵੱਲੋਂ
ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ, ਜੋ ਕਿ ਨਵਾਂ ਸ਼ਹਿਰ ਦੇ ਬੰਗਾ ਇਲਾਕੇ ਤੋਂ ਮੌਜੂਦਾ ਸਮੇਂ ਵਿਧਾਇਕ ਨੇ। ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਜੰਟ ਸਿੰਘ ਕੱਟੂ ਨੂੰ ਉਮੀਦਵਾਰ ਐਲਾਨਿਆ ਗਿਆ, ਜੋ ਕਿ ਦੱਸਿਆ ਜਾਂਦਾ ਕਿ ਸਿਮਰਨਜੀਤ ਸਿੰਘ ਮਾਨ ਦੇ ਸੈਕਟਰੀ ਨੇ ਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਸੋ ਚੋਣ ਮੈਦਾਨ ਜਿਹੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਦੀ ਨਾਲ ਚੋਣ ਮਸਲੇ ਅਤੇ ਜੋ ਵੀ ਸਿਆਸੀ ਦ੍ਰਿਸ਼ ਦੇ ਆਲੇ ਦੁਆਲੇ ਸੁਰਖੀਆਂ ਵਿੱਚ ਚੱਲ ਰਹੇ ਮਸਲੇ ਨੇ ਉਹਨਾਂ ਦਾ ਅਸਰ ਵੀ ਪੈ ਸਕਦਾ ਹੈ। ਥੋੜ੍ਹਾ ਜ਼ਿਆਦਾ ਇਹ ਸਮਾਂ ਤੈਅ ਕਰਦਾ ਹੈ, ਹਾਲਾਤ ਤੈਅ ਕਰਦੇ ਨੇ, ਪਰ ਕੁਝ ਨਾ ਕੁਝ ਅਸਰ ਜ਼ਰੂਰ ਪੈਂਦਾ ਹੈ। ਇਹ ਗੱਲ ਸਿਆਸੀ ਮਾਹਿਰ ਮੰਨਦੇ ਨੇ। ਸੋ ਇਹ ਸਰਗਰਮੀ ਨਜ਼ਰ ਆ ਰਹੀ ਹੈ ਦਿੱਲੀ, ਪੰਜਾਬ, ਦੇਸ਼ ਪੱਧਰ 'ਤੇ ਚੋਣਾਂ ਦੇ ਮਾਹੌਲ 'ਤੇ ਦਾ ਅਸਰ ਥੋੜ੍ਹਾ ਬਹੁਤਾ ਜਿੰਨਾ ਵੀ ਹੈ ਉਹ ਪੈਣ ਦੀ ਸੰਭਾਵਨਾ ਹਰ ਵਾਰ ਹੁੰਦੀ ਹੈ। ਵੇਖਣਾ ਹੈ ਕਿ ਐਤਕੀ ਕਿੰਨਾ ਕੁ ਅਸਰ ਪੈਂਦਾ ਹੈ, ਚੋਣਾਂ ਦੇ ਵੋਟਾਂ ਦੇ ਸਮੀਕਰਨ ਕਿੰਨਾ ਕੁ ਪ੍ਰਭਾਵਿਤ ਹੁੰਦੇ ਨੇ ਇਹਨਾਂ ਮੁੱਦਿਆਂ ਦੇ ਕਰਕੇ। ਕਾਫੀ ਅਹਿਮ ਨੁਕਤੇ ਦੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਸਾਹਮਣੇ ਆ ਰਹੇ ਨੇ। ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਸਮਰਥਨ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਬੰਗਾ ਹਲਕੇ ਤੋਂ MLA ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਇਹ ਤਾਂ ਹੋਗੀ ਚੋਣ ਮਾਹੌਲ ਦੀ ਗੱਲ। ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸੰਬੰਧਿਤ ਇੱਕ ਮਾਮਲਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਤੱਕ ਵੀ ਪਹੁੰਚਾ ਹੋਇਆ। ਇਹ ਮਾਮਲਾ ਹੈ ਕਥਿਤ ਜਾਲਸਾਜ਼ੀ ਅਤੇ ਦੂਹਰਾ ਸੰਵਿਧਾਨ ਰੱਖਣ ਦਾ ਮਾਮਲਾ, ਜਿਹਦੇ ਸੰਬੰਧੀ ਕਾਰਵਾਈ ਲਗਾਤਾਰ ਹੇਠਲੀਆਂ ਅਦਾਲਤਾਂ ਵਿੱਚ ਵੀ ਚੱਲਦੀ ਰਹੀ ਹੈ ਅਤੇ ਗੱਲ ਸੁਪਰੀਮ ਕੋਰਟ ਦੇ ਬੂਹੇ ਤੱਕ ਵੀ ਪਹੁੰਚੀ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਹੁਣ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ ਅਤੇ ਪਟੀਸ਼ਨ ਪਾਉਣ ਵਾਲੀ ਧਿਰ ਨੂੰ ਵੀ ਕੁਝ ਸਵਾਲ ਪੁੱਛੇ ਨੇ। ਕੁੱਲ ਮਿਲਾ ਕੇ ਫੈਸਲਾ ਰਾਖਵਾਂ ਜੋ ਰੱਖਿਆ ਗਿਆ ਉਸ ਦੀ ਬਾਰੇ ਹੋਰ ਜਾਣਕਾਰੀ ਆਉਂਦੇ ਦਿਨਾਂ ਦੌਰਾਨ ਸਾਹਮਣੇ ਆਵੇਗੀ। ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਪਟੀਸ਼ਨ ਹੁਸ਼ਿਆਰਪੁਰ ਤੋਂ ਇੱਕ ਨਾਮੀ ਆਗੂ ਬਲਵੰਤ ਸਿੰਘ ਖੇੜਾ ਤੇ ਉਹਨਾਂ ਦੀ ਧਿਰ ਵੱਲੋਂ ਪਾਈ ਗਈ ਸੀ, ਜਿਸ ਵਿੱਚ ਉਹਨਾਂ ਨੇ ਇਸ ਗੱਲ ਉੱਤੇ ਇਤਰਾਜ਼ ਪ੍ਰਗਟਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦੂਹਰਾ ਸੰਵਿਧਾਨ ਰੱਖਿਆ ਗਿਆ, ਭਾਵ ਕਿ ਦੂਹਰੀ ਨੀਤੀ ਉੱਪਰ ਚੱਲਦੇ ਨੇ। ਇੱਕ ਤਾਂ ਉਹ ਆਪਣੇ ਆਪ ਨੂੰ ਪੰਥਕ ਪਾਰਟੀ ਵਜੋਂ ਵੀ ਪੇਸ਼ ਕਰਦੇ ਨੇ ਅਤੇ ਇੱਕ ਐਲਾਨ ਮੁਤਾਬਕ ਉਹਨਾਂ ਨੇ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਪੰਜਾਬੀ ਪਾਰਟੀ ਵੀ ਐਲਾਨਿਆ ਹੋਇਆ। ਦੂਜੇ ਬੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵੀ ਲੜਦੇ ਨੇ ਅਤੇ ਧਾਰਮਿਕ ਖੇਤਰ ਵਿੱਚ ਵੀ ਸਰਗਰਮ ਹੁੰਦੇ ਨੇ। ਸੋ ਇਸ ਚੀਜ਼ ਨੂੰ ਲੈ ਕੇ ਇਹ ਪਟੀਸ਼ਨ ਪਾਈ ਗਈ ਸੀ, ਜਿਸ ਸੰਬੰਧੀ ਤੁਸੀਂ ਸੁਰਖੀਆਂ ਵਿੱਚ ਕਈ ਵਾਰ ਵੇਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ੀ ਭੁਗਤ ਚੁੱਕੇ ਨੇ ਤੇ ਕਾਫੀ ਇਹ ਮਾਮਲਾ ਪਿਛਲੇ ਸਮੇਂ ਦੌਰਾਨ ਵੀ ਸੁਰਖੀਆਂ ਵਿੱਚ ਆਉਂਦਾ ਰਿਹਾ। ਇਸੇ ਮਾਮਲੇ ਦੀ ਗੂੰਜ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਤੱਕ ਵੀ ਪਈ ਹੈ, ਉੱਥੇ ਤੱਕ ਵੀ ਗੱਲ ਪਹੁੰਚੀ ਹੈ ਅਤੇ ਸੁਪਰੀਮ ਕੋਰਟ ਨੇ ਇਸ ਮਾਮਲੇ ਸੰਬੰਧੀ ਆਪਣਾ ਫੈਸਲਾ ਫਿਲਹਾਲ ਰਾਖਵਾਂ ਰੱਖ ਲਿਆ ਤੇ ਸੁਪਰੀਮ ਕੋਰਟ ਨੇ ਇਸ ਗੱਲ ਉੱਤੇ ਵੀ ਜ਼ਿਕਰ ਕੀਤਾ ਹੈ ਕਿ ਧਰਮ ਨਿਰਪੱਖ ਵਿਅਕਤੀ ਕੀ ਧਾਰਮਿਕ ਹੋ ਸਕਦਾ ਜਾਂ ਉਸ ਨੂੰ ਇਸ ਦਾ ਅਧਿਕਾਰ ਹੁੰਦਾ ਹੈ। ਇਸ ਗੱਲ 'ਤੇ ਵੀ ਸੁਪਰੀਮ ਕੋਰਟ ਨੇ ਸਵਾਲ ਵੀ ਪੁੱਛਿਆ ਤੇ ਆਪਣੀ ਰਾਏ ਵੀ ਦੱਸੀ ਹੈ। ਕੁੱਲ ਮਿਲਾ ਕੇ ਫੈਸਲਾ ਸੁਪਰੀਮ ਕੋਰਟ ਨੇ ਰਾਖਵਾਂ ਰੱਖਿਆ, ਜੋ ਆਉਂਦੇ ਦਿਨਾਂ ਦੌਰਾਨ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੋ ਇਹ ਸੀ ਅੱਜ ਦੀ ਇੱਕ ਪ੍ਰਮੁੱਖ ਅਪਡੇਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ, ਜਿਨ੍ਹਾਂ ਵੱਲੋਂ ਜਲੰਧਰ ਲੋਕ ਸਭਾ ਸੀਟ ਲਈ ਆਪਣੇ ਉਮੀਦਵਾਰ ਦਾ ਨਾਮ ਵੀ ਐਲਾਨ ਦਿੱਤਾ ਗਿਆ ਤੇ ਸੁਪਰੀਮ ਕੋਰਟ ਵਿੱਚ ਉਹਨਾਂ ਸੰਬੰਧੀ ਜੋ ਦੂਹਰੇ ਸੰਵਿਧਾਨ ਦੀ ਗੱਲ ਚੱਲ ਰਹੀ ਹੈ ਉਸ ਨੂੰ ਲੈ ਕੇ ਵੀ ਫੈਸਲਾ ਜਿਹੜਾ ਉਹ ਰਾਖਵਾਂ ਰੱਖ ਲਿਆ ਗਿਆ। ਆਉਂਦੇ ਦਿਨਾਂ ਦੌਰਾਨ ਇਹਦੀ ਵੀ ਪਰਤ ਖੁੱਲ੍ਹਣ ਦੀ ਸੰਭਾਵਨਾ ਹੈ। ਇਸ ਵੇਲੇ ਵੇਲਾ ਹੋ ਰਿਹਾ ਹੈ ਅੱਜ ਦੀ ਇਸ ਗੱਲਬਾਤ ਵਿੱਚ ਛੋਟੀ ਜਿਹੀ ਇੱਕ ਬ੍ਰੇਕ ਦਾ। ਇਸ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਕੁਝ ਹੋਰ ਨੁਕਤੇ, ਕੁਝ ਹੋਰ ਮਸਲੇ, ਗੱਲਬਾਤ ਇਸੇ ਤਰ੍ਹਾਂ ਜਾਰੀ ਰਹੂਗੀ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਦ ਪੰਜਾਬ ਟਾਕਸ ਚੈਨਲ ਉੱਤੇ। ਤੁਸੀਂ ਵੇਖਦੇ ਰਹੋ। ਮਿਲਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ।
ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ MPA ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ MPA ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV, ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। MPA ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ MPA ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPA ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦ ਪੰਜਾਬ ਟਾਕਸ ਚੈਨਲ ਉੱਪਰ ਅਤੇ ਗੱਲਬਾਤ ਦਾ ਸਿਲਸਿਲਾ ਤੁਹਾਡੇ ਲਈ ਜਾਰੀ ਹੈ। ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਅੱਜ ਦੀ ਸਮੁੱਚੀ ਗੱਲਬਾਤ ਦੌਰਾਨ ਆਪਾਂ ਕਈ ਵਿਸ਼ਿਆਂ ਨੂੰ ਛੋਇਆ, ਉਹਨਾਂ ਸਾਰੇ ਵਿਸ਼ਿਆਂ ਦਾ ਇੱਕ ਤੱਤਸਾਰ, ਇੱਕ ਨਿਚੋੜ ਸਮਝਣ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ। ਨਾਲ ਦੀ ਨਾਲ ਕੁਝ ਹੋਰ ਸੁਰਖੀਆਂ ਜਿਹੜੀਆਂ ਨੇ ਜੋ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੀ ਵੀ ਗੱਲ ਕਰਨੀ ਜ਼ਰੂਰੀ ਆ। ਉਹਨਾਂ ਬਾਰੇ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਸਥਿਤੀ ਇੱਕ ਵਾਰ ਫਿਰ ਬਦਲਦੀ ਹੋਈ ਵਿਖਾਈ ਦੇ ਰਹੀ ਹੈ। ਤੇਜ਼ ਤਰਾਰ ਗਰਮੀ ਜਿਹੜੀ ਆ ਉਹ ਪੈ ਰਹੀ ਹੈ ਤੇ ਇਸ ਦਰਮਿਆਨ ਮੌਸਮ ਵਿਭਾਗ ਨੇ ਇੱਕ ਭਵਿੱਖਬਾਣੀ ਇਹ ਵੀ ਕੀਤੀ ਹੈ ਕਿ ਇਸ ਵਾਰ ਮੌਨਸੂਨ ਜਿਹੜਾ ਆ ਮੀਂਹ ਜਾਂ ਬਾਰਿਸ਼ ਦੀ ਜੋ ਸੰਭਾਵਨਾ ਹੈ ਉਹ ਆਮ ਵਾਂਗ ਹੋਵੇਗੀ। ਹੋ ਸਕਦਾ ਹੈ ਆਮ ਵਾਂਗ ਰਵੇ। ਪਿਛਲੇ ਸਾਲ ਆਮ ਨਾਲੋਂ ਘੱਟ ਸੀ। ਸਾਲ 2022 ਵਿੱਚ ਮੌਨਸੂਨ ਆਮ ਨਾਲੋਂ ਘੱਟ ਸੀ, ਪਰ ਐਤਕੀ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਜਿਹੜਾ ਆਮ ਨਾਲੋਂ ਜ਼ਿਆਦਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀ ਤਰਫੋਂ ਵੀ ਕਈ ਗੱਲਾਂ ਸਾਹਮਣੇ ਆ ਰਹੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਜਨਮ ਭੂਮੀ ਵਿਖੇ ਬਹੁਤ ਸਾਰੇ ਬਿਆਨ ਦਿੱਤੇ ਗਏ ਨੇ, ਖਾਸ ਤੌਰ 'ਤੇ ਧਾਰਮਿਕ ਖੇਤਰ ਨਾਲ ਸੰਬੰਧਿਤ ਬਿਆਨ। ਅਤੇ ਚੰਗੀ ਚੀਜ਼ ਇਹ ਹੋਈ ਹੈ ਕਿ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉੱਤੇ ਆਧਾਰਿਤ ਵੀ ਕਾਫੀ ਗੱਲਾਂ ਸਾਹਮਣੇ ਆਈਆਂ ਨੇ ਅਤੇ ਇੱਕ ਪ੍ਰੋਜੈਕਟ ਦਾ ਉਹਨਾਂ ਨੇ ਉਦਘਾਟਨ ਕੀਤਾ ਹੈ, ਜਨਤਾ ਦੇ ਲਈ ਪੇਸ਼ ਕੀਤਾ ਗਿਆ ਹੈ। ਤੇ ਨਾਲ ਦੀ ਨਾਲ ਕਈ ਹੋਰ ਕੁਦਰਤੀ ਪਾਰਕ ਬਣਾਉਣ ਦੀ ਗੱਲ ਵੀ ਉਹਨਾਂ ਨੇ ਕਹੀ ਹੈ, ਜਿੱਥੇ ਕੁਦਰਤੀ ਅੰਦਾਜ਼ ਵਿੱਚ ਉਹਨਾਂ ਦਰਖਤਾਂ ਦੇ ਦਰਸ਼ਨ ਲੋਕੀ ਕਰ ਸਕਣਗੇ ਜਿਨ੍ਹਾਂ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਵਿੱਚ ਆਉਂਦਾ ਹੈ। ਸੋ ਇਹ ਐਲਾਨ ਪੰਜਾਬ ਸਰਕਾਰ ਦੀ ਤਰਫੋਂ ਹੋਏ ਨੇ। ਨਾਲ ਦੀ ਨਾਲ ਇੱਕ ਹੋਰ ਟੋਲ ਪਲਾਜ਼ੇ ਨੂੰ ਬੰਦ ਕਰਨ ਦੀ ਵੀ ਗੱਲ ਕਹੀ ਗਈ ਹੈ, ਜਿਸ ਨਾਲ ਲੋਕਾਂ ਨੂੰ ਆਉਂਦੇ ਦਿਨਾਂ ਦੌਰਾਨ ਕਾਫੀ ਰਾਹਤ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਮਾਹੌਲ ਦੀ ਜਦੋਂ ਗੱਲ ਹੁੰਦੀ ਹੈ ਤਾਂ ਇਸ ਵੇਲੇ ਧਾਰਮਿਕ ਮਾਹੌਲ ਹੈ। ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਕੌਮੀ ਤਿਉਹਾਰ ਜਿਹੜਾ ਉਹਦੇ ਸੰਬੰਧੀ ਸਮਾਗਮ ਹੋ ਰਹੇ ਨੇ। ਪੰਜਾਬ ਵਿੱਚ ਹਰ ਵਾਰ ਦੀ ਤਰ੍ਹਾਂ ਦੋ ਪ੍ਰਮੁੱਖ ਥਾਵਾਂ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਖਾਲਸੇ ਦੀ ਜਨਮ ਭੂਮੀ, ਉੱਥੇ ਸਮਾਗਮ ਹੋਣੇ ਨੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਸਮਾਗਮ ਹੋਣੇ ਨੇ। ਤੇ ਪੰਜਾਬ ਵਿੱਚ ਪਿਛਲੇ ਦਿਨਾਂ ਦਾ ਜੋ ਮਾਹੌਲ ਰਿਹਾ ਹੈ, ਜੋ ਕਾਰਵਾਈ ਚੱਲਦੀ ਰਹੀ ਹੈ, ਆਪਰੇਸ਼ਨ ਚੱਲਦੇ ਰਹੇ, ਉਹਨਾਂ ਨੂੰ ਲੈ ਕੇ ਐਤਕੀ ਪੁਲਿਸ ਮਹਿਕਮੇ ਵੱਲੋਂ ਕਾਫੀ ਚੌਕਸੀ ਵਰਤੀ ਜਾ ਰਹੀ ਹੈ।
ਕਾਫੀ ਥਾਵਾਂ ਉੱਤੇ ਪੁਲਿਸ ਅਤੇ ਸੁਰੱਖਿਆ ਫੋਰਸਾਂ ਤਾਇਨਾਤ ਨੇ, ਸਾਦੀ ਵਰਦੀ ਵਿੱਚ ਵੀ ਅਤੇ ਪੁਲਿਸ ਵਰਦੀ ਵਿੱਚ ਵੀ। ਖਾਸ ਤੌਰ ਤੇ ਸਮਾਗਮ ਵਾਲੀਆਂ ਥਾਵਾਂ 'ਤੇ ਕਾਫੀ ਨਿਗਾਹ ਰੱਖੀ ਜਾ ਰਹੀ ਹੈ। ਇਸੇ ਕਰਕੇ ਤੁਹਾਨੂੰ ਸੁਰਖੀਆਂ ਵਿੱਚ ਇਹ ਗੱਲ ਪਤਾ ਲੱਗੀ ਸੀ ਬੀਤੇ ਦਿਨੀ ਕਿ ਪੰਜਾਬ ਪੁਲਿਸ ਵੱਲੋਂ, ਪੁਲਿਸ ਮੁਖੀ ਵੱਲੋਂ, DGP ਹੋਰਾਂ ਵੱਲੋਂ 14 ਅਪ੍ਰੈਲ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਨ੍ਹਾਂ ਨੇ ਪਹਿਲਾਂ ਵੀ ਛੁੱਟੀਆਂ ਲਈਆਂ ਹੋਈਆਂ ਸੀ, ਉਹਨਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਸੀ। ਸੋ ਇਹ ਚੀਜ਼ ਵੀ ਇੱਕ ਅੰਦਾਜ਼ਾ ਤੁਹਾਨੂੰ ਦਿੰਦੀ ਹੈ ਕਿ ਐਤਕੀ ਮਾਹੌਲ ਨੂੰ ਲੈ ਕੇ ਕਿੰਨੀ ਚੌਕਸੀ ਵਰਤੀ ਜਾ ਰਹੀ ਹੈ, ਤੇ ਜੋ ਕਾਰਵਾਈ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ 14 ਅਪ੍ਰੈਲ ਤੱਕ ਇਸ ਉੱਪਰ ਖਾਸ ਇੱਕ ਨਿਗਾਹ ਵੀ ਰੱਖੀ ਜਾਵੇਗੀ। ਇਸ ਦਰਮਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਦੇ ਕਹਿਣ ਮੁਤਾਬਕ ਧਾਰਮਿਕ ਸਮਾਗਮ ਹੋ ਰਹੇ ਨੇ, ਗੁਰਮਤਿ ਸਮਾਗਮ ਹੋ ਰਹੇ ਨੇ, ਅਤੇ ਦਿੱਤੇ ਹੋਏ ਪ੍ਰੋਗਰਾਮ ਮੁਤਾਬਕ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਦੀਵਾਨ ਸਜ ਰਹੇ ਨੇ। ਵੱਡੀ ਗਿਣਤੀ ਵਿੱਚ ਸੰਗਤ ਵੀ ਪਹੁੰਚ ਰਹੀ ਹੈ। ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵੀ ਉਲੀਕੇ ਗਏ ਨੇ ਅਤੇ ਕਥਾ ਕੀਰਤਨ ਪ੍ਰਵਾਹ ਅਤੇ ਢਾਡੀ ਜਥੇ ਵਾਰਾਂ ਦਾ ਗਾਇਨ ਵੀ ਨਾਲੋਂ ਨਾਲ ਹੋ ਰਿਹਾ ਹੈ। ਸੋ ਸੰਗਤਾਂ ਪਹੁੰਚ ਰਹੀਆਂ ਨੇ ਤੇ ਖਾਸ ਇਸ ਮੌਕੇ ਚੌਕਸੀ ਵੀ ਵਰਤੀ ਜਾ ਰਹੀ ਹੈ ਤਲਵੰਡੀ ਸਾਬੋ ਵਿਖੇ ਵੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ। ਸੋ ਇਹ ਪੰਜਾਬ ਦੇ ਮਾਹੌਲ ਦੀ ਜਦੋਂ ਗੱਲ ਹੁੰਦੀ ਮੌਜੂਦਾ ਸਮੇਂ ਦੀ, ਇਹ ਬੜਾ ਇੱਕ ਅਹਿਮ ਪੱਖ ਹੈ। ਧਾਰਮਿਕ ਮਾਹੌਲ ਇਹਨਾਂ ਦਿਨਾਂ ਦੀ ਧਾਰਮਿਕ ਅਹਿਮੀਅਤ ਨੂੰ ਵੇਖਦਿਆਂ ਅੱਜ ਦੀ ਸਮੁੱਚੀ ਗੱਲਬਾਤ ਦੌਰਾਨ ਆਪਾਂ ਜਿਨ੍ਹਾਂ ਵਿਸ਼ਿਆਂ ਨੂੰ ਛੋਹਿਆ, ਦਿੱਲੀ ਵਿਖੇ ਜਗਦੀਸ਼ ਟਾਈਟਲਰ ਵਾਲਾ ਮਾਮਲਾ ਜਿਹੜਾ ਹੁਣ ਇੱਕ ਵਾਰ ਫਿਰ ਤੇਜ਼ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਆਵਾਜ਼ ਦੇ ਸੈਂਪਲ ਲਏ ਗਏ ਨੇ ਤੇ ਉਹਨਾਂ ਦੀ ਮੈਚਿੰਗ ਜਿਹੜੀ ਕੀਤੀ ਜਾਵੇਗੀ। 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਸੰਬੰਧਿਤ ਇੱਕ ਹੋਰ ਮਾਮਲੇ ਦੀ ਜਾਂਚ ਨੂੰ ਲੈ ਕੇ ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਵਿਜੀਲੈਂਸ ਬਿਊਰੋ ਦੀ ਜਾਂਚ ਦਾ ਘੇਰਾ ਵੱਧਦਾ ਹੋਇਆ ਵਿਖਾਈ ਦੇ ਰਿਹਾ। ਪਹਿਲਾਂ ਉਹਨਾਂ ਦੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਦੇ ਖਿਲਾਫ ਜਾਂਚ ਚੱਲਦੀ ਰਹੀ। ਹੁਣ ਚੰਨੀ ਹੋਰਾਂ ਦੀ ਆਪਣੇ ਸੰਬੰਧੀ ਵੀ ਕਾਰਵਾਈ ਵਿਜੀਲੈਂਸ ਬਿਊਰੋ ਵੱਲੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਸੋ ਇਸ ਦਾ ਅਸਰ ਕਿੰਨਾ ਕੁ ਪੈਂਦਾ ਹੈ ਸਿਆਸੀ ਮਾਹੌਲ ਉੱਪਰ, ਚੋਣਾਂ ਦੇ ਮਾਹੌਲ ਉੱਪਰ, ਇਹਦੇ ਬਾਰੇ ਆਪਾਂ ਚਰਚਾ ਕੀਤੀ ਸੀ ਤਫਸੀਲ ਵਿੱਚ ਪ੍ਰੋਗਰਾਮ ਵਿੱਚ ਪ੍ਰਮੁੱਖ ਤੌਰ 'ਤੇ। ਕਿਸਾਨੀ ਦੀ ਗੱਲ ਜਦੋਂ ਹੁੰਦੀ ਹੈ, ਫਸਲਾਂ ਦਾ ਕਾਫੀ ਨੁਕਸਾਨ ਪਿਛਲੇ ਦਿਨੀ ਹੋਇਆ, ਬੜੀ ਮੰਦਭਾਗੀ ਗੱਲ ਸੀ। ਕੁਦਰਤੀ ਕਰੋਪੀ ਕਰਕੇ, ਮੀਂਹ ਹਨੇਰੀ ਗੜੇਮਾਰੀ ਕਰਕੇ, ਤੇ ਕੇਂਦਰ ਤੋਂ ਟੀਮਾਂ ਆਈਆਂ, ਟੀਮਾਂ ਨੇ ਜਾਂਚ ਕੀਤੀ ਹੈ। ਜਾਂਚ ਕਰਕੇ ਆਪਣੀ ਰਿਪੋਰਟ ਵਿੱਚ ਇਹ ਗੱਲ ਤਾਂ ਮੰਨੀ ਹੈ ਕਿ 15 ਤੋਂ 16% ਦਾਣੇ ਦਾ ਨੁਕਸਾਨ ਹੋਇਆ। ਤੇ ਉਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਖਰੀਦ ਵੇਲੇ ਜੋ ਸ਼ਰਤਾਂ ਹੁੰਦੀਆਂ ਨੇ, ਜੋ ਮਾਪਦੰਡ ਹੁੰਦੇ ਨੇ, ਉਹਨਾਂ ਵਿੱਚ ਰਿਲੈਕਸੇਸ਼ਨ ਢਿੱਲ ਦੇ ਦਿੱਤੀ ਗਈ ਹੈ। ਪਰ ਜਿੱਥੇ ਦਾਣਾ ਜ਼ਿਆਦਾ ਖਰਾਬ ਹੋਇਆ ਉੱਥੇ ਕੁਝ ਕੀਮਤ ਵਿੱਚ ਕਟੌਤੀ ਵੀ ਕੀਤੀ ਜਾਵੇਗੀ। ਇਹ ਗੱਲ ਵੀ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਦੂਜੇ ਬੰਨੇ ਇਹ ਕਹਿ ਰਹੀ ਸੀ ਕਿ ਲਗਾਤਾਰ ਪੰਜਾਬ ਦੇ ਕਿਸਾਨ ਦੀ ਬਾਂਹ ਫੜੀ ਜਾਵੇ, ਉਹਨੂੰ ਇਸ ਸੰਬੰਧੀ ਰਾਹਤ ਦਿੱਤੀ ਜਾਵੇ। ਪੰਜਾਬ ਦੇ ਕਿਸਾਨ ਕੀਮਤ ਕਟੌਤੀ ਦੀ ਥਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਰਾਹਤ ਦਿੱਤੀ ਜਾਵੇ। ਪਰ ਫਿਲਹਾਲ ਕੇਂਦਰ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਜਿੱਥੇ ਦਾਣਾ ਜ਼ਿਆਦਾ ਖਰਾਬ ਹੋਵੇਗਾ ਉੱਥੇ ਕੀਮਤ ਵਿੱਚ ਕਟੌਤੀ ਹੋਵੇਗੀ। ਉਹਦੇ ਲਈ ਅਲੱਗ-ਅਲੱਗ ਫੀਸਦ ਰੱਖੀ ਗਈ ਹੈ, ਕਿੰਨੇ ਫੀਸਦ ਤੱਕ ਕਿੰਨੀ ਕਟੌਤੀ ਹੋਵੇਗੀ। 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ ਤੱਕ ਪ੍ਰਤੀ ਕੁਇੰਟਲ ਦੇ ਪਿੱਛੇ ਕੁਝ ਕਟੌਤੀ ਹੋਣ ਦੀ ਗੱਲ ਆ ਰਹੀ ਹੈ। ਸੋ ਇਹਦੇ ਸੰਬੰਧੀ ਕਿਹੋ ਜਿਹੀ ਪ੍ਰਤੀਕਿਰਿਆ ਆਉਂਦੀ ਆਉਣ ਵਾਲੇ ਦਿਨਾਂ ਦੌਰਾਨ ਸਪਸ਼ਟ ਹੋਵੇਗਾ। ਪਰ ਦੇਸ਼ ਦੇ ਅਨਾਜ ਭੰਡਾਰ ਵਿੱਚ ਫਿਰ ਵੀ ਇਸ ਦੇ ਬਾਵਜੂਦ, ਸਭ ਕੁਝ ਹੋ ਜਾਣ ਦੇ ਬਾਵਜੂਦ, ਪੰਜਾਬ ਵਾਲੇ ਪਾਸਿਓਂ ਕਾਫੀ ਯੋਗਦਾਨ ਐਤਕੀ ਵੀ ਪੈਣਾ ਆ। ਇਹ ਪੰਜਾਬ ਦੀ ਕਿਸਾਨੀ ਦੀ ਸਮਰੱਥਾ ਵੀ ਦਰਸਾਉਂਦੀ ਹੈ। ਕਿਹੋ ਜਿਹੇ ਹਾਲਾਤ ਵਿੱਚ ਵੀ ਪੰਜਾਬ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿੱਚ ਵੱਡਾ ਯੋਗਦਾਨ ਪਾਵੇਗਾ। ਅਤੇ ਪ੍ਰਮੁੱਖ ਇੱਕ ਚੀਜ਼ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ, ਉਹ ਕਾਫੀ ਅਹਿਮੀਅਤ ਰੱਖਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਿਛਲੇ ਦਿਨਾਂ ਦੀਆਂ ਘਟਨਾਵਾਂ ਅਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਪਣੀ ਜਿਹੜੀ ਗੱਲ ਆ ਉਸ ਨੂੰ ਅੱਗੇ ਤੋਰਨਾ ਸ਼ੁਰੂ ਕੀਤਾ। ਪ੍ਰਮੁੱਖ ਤੌਰ 'ਤੇ ਅਸਾਮ ਦੇ ਡਿਬਰੂਗੜ੍ਹ ਵਿਖੇ NSA ਤਹਿਤ ਜੋ ਨੌਜਵਾਨ ਗ੍ਰਿਫਤਾਰ ਕਰਕੇ ਭੇਜੇ ਗਏ ਸੀ, ਉਹਨਾਂ ਸੰਬੰਧੀ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਅਤੇ ਕਾਨੂੰਨੀ ਜੋ ਸਲਾਹ ਮਸ਼ਵਰੇ ਮਗਰੋਂ ਵਫਦ ਨੇ, ਸ਼੍ਰੋਮਣੀ ਕਮੇਟੀ ਦਾ ਵਫਦ ਜੋ ਉੱਥੇ ਗਿਆ, ਉਸ ਨੇ ਆਪਣਾ ਕੰਮ ਆਰੰਭ ਦਿੱਤਾ ਅਤੇ ਕਾਨੂੰਨੀ ਚਾਰਾਜੋਈ ਜਿਹੜੀ ਆ ਉਸ ਪਾਸੇ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬੀਤੇ ਦਿਨੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜੋ ਪੰਥਕ ਇਕੱਤਰਤਾ ਹੋਈ ਸੀ, ਮੀਡੀਆ ਸੰਬੰਧੀ ਅਤੇ ਮੀਡੀਆ ਵਿੱਚ ਸਿੱਖ ਕੌਮ ਦੀ ਜੋ ਪੇਸ਼ਕਾਰੀ
ਅਤੇ ਤੱਥਾਂ ਨੂੰ ਤੋੜ ਮਰੋੜ ਕੇ ਜੋ ਪੇਸ਼ ਕੀਤਾ ਗਿਆ, ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਵੇਲੇ ਦੇ ਝੰਡੇ ਦੀਆਂ ਤਸਵੀਰਾਂ ਵਿਖਾਉਣੀਆਂ ਅਤੇ ਕੁਝ ਹੋਰ ਗੁੰਮਰਾਹਕੁਨ ਚੀਜ਼ਾਂ ਜੋ ਕੁਝ ਮੀਡੀਆ ਅਦਾਰਿਆਂ ਵੱਲੋਂ ਚਲਾਈਆਂ ਗਈਆਂ, ਉਹਨਾਂ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ ਨੇ 10 ਮੀਡੀਆ ਅਦਾਰਿਆਂ ਨੂੰ ਨੋਟਿਸ ਭੇਜੇ ਨੇ ਅਤੇ ਇਸੇ ਮਾਮਲੇ ਵਿੱਚ ਜਵਾਬ ਤਲਬੀ ਦੀ ਕਾਰਵਾਈ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਆਰੰਭੀ ਗਈ ਹੈ। SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਬਕਾਇਦਾ ਇਸ ਸੰਬੰਧੀ ਲੰਘੇ ਕੱਲ੍ਹ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਸੀ, ਦਸਤਖਤੀ ਮੁਹਿੰਮ ਜੋ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸੰਗਤਾਂ ਕੋਲੋਂ ਵੱਖ-ਵੱਖ ਥਾਵਾਂ ਉੱਤੇ ਸਟਾਲ ਲਾ ਕੇ ਫਾਰਮ ਭਰਵਾਏ ਜਾ ਰਹੇ ਸੀ, ਉਹ ਫਾਰਮ ਭਰਨ ਦਾ ਕੰਮ ਵੀ ਹੁਣ ਮੁਕੰਮਲ ਹੋ ਰਿਹਾ ਹੈ ਤੇ ਦੱਸਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਕਿ 25 ਲੱਖ ਤੋਂ ਵਧੇਰੇ ਹਸਤਾਖਰ ਹੋਏ ਨੇ ਇਸ ਸੰਬੰਧੀ ਅਤੇ ਆਉਂਦੇ ਦਿਨਾਂ ਦੌਰਾਨ ਵਿਸਾਖੀ ਦੇ ਸਮਾਗਮਾਂ ਤੇ ਖਾਲਸਾ ਦਿਵਸ, ਖਾਲਸਾ ਸਾਜਨਾ ਦਿਵਸ ਦੇ ਸਮਾਗਮਾਂ ਦੇ ਨਾਲ ਇਸ ਸੰਬੰਧੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਅਤੇ ਗੁਰਮਤਿ ਸਮਾਗਮਾਂ ਦੇ ਨਾਲ ਇਹਨਾਂ ਹਸਤਾਖਰਾਂ ਨੂੰ ਅੱਗੇ ਦੀ ਕਾਰਵਾਈ ਲਈ ਪੇਸ਼ ਕੀਤਾ ਜਾਵੇਗਾ। ਸੋ ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੁੱਦੇ ਉੱਤੇ ਅਤੇ ਜੋ ਕਾਨੂੰਨੀ ਚਾਰਾਜੋਈ ਪਿਛਲੇ ਦਿਨਾਂ ਦੀਆਂ ਘਟਨਾਵਾਂ ਨੂੰ ਲੈ ਕੇ ਸ਼ੁਰੂ ਕੀਤੀ ਹੈ, ਉਸ ਸੰਬੰਧੀ ਹੁਣ ਗੱਲ ਅੱਗੇ ਤੋਰਨੀ ਸ਼ੁਰੂ ਕਰ ਦਿੱਤੀ ਹੈ ਤੇ ਆਉਂਦੇ ਦਿਨਾਂ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧੀ ਅਗਲੇ ਐਲਾਨ ਅਤੇ ਪ੍ਰੋਗਰਾਮ ਬਾਰੇ ਵੀ ਸੰਗਤ ਨੂੰ ਦੱਸਿਆ ਜਾਵੇਗਾ। ਇਹ ਸ਼੍ਰੋਮਣੀ ਕਮੇਟੀ ਦੇ ਹਵਾਲੇ ਤੋਂ ਇਹ ਚੀਜ਼ ਸਾਹਮਣੇ ਆਈ ਹੈ। ਇਸ ਸਮੁੱਚੀ ਗੱਲਬਾਤ ਦੌਰਾਨ ਆਪਾਂ ਪੰਜਾਬ ਦੇ ਮੁੱਦਿਆਂ ਨੂੰ ਪ੍ਰਮੁੱਖ ਤੌਰ ਤੇ ਛੋਇਆ ਤੇ ਨਾਲ ਦੀ ਨਾਲ ਕੌਮੀ ਪੱਧਰ ਦੇ ਮੁੱਦੇ ਵੀ ਨਾਲ ਵਿਚਾਰੇ, ਪਰ ਗੱਲ ਮੋੜ ਘਿੜ ਕੇ ਪੰਜਾਬ ਦੀ ਹੀ ਹੁੰਦੀ ਹੈ। ਪੰਜਾਬ ਦੇ ਵੱਖ-ਵੱਖ ਨੁਕਤਿਆਂ ਦੀ, ਪਹਿਲੂਆਂ ਦੀ ਗੱਲ ਹੁੰਦੀ, ਕਿਉਂਕਿ ਇਹ ਹੋਣੀ ਵੀ ਚਾਹੀਦੀ ਹੈ। ਅੱਜ ਦੀ ਇਸ ਗੱਲਬਾਤ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਸੇ ਤਰ੍ਹਾਂ ਵੇਖਦੇ ਰਹਿਣਾ ਦ ਪੰਜਾਬ ਟਾਕਸ, ਤਾਜ਼ਾ ਤਰੀਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤੇ ਜਾਣਗੇ, ਸੋ ਜ਼ਰੂਰ ਵੇਖਦੇ ਰਹੋ ਦ ਪੰਜਾਬ ਟਾਕਸ ਅਤੇ ਵਧੇਰੇ ਜਾਣਕਾਰੀ ਲਈ ਦ ਪੰਜਾਬ ਟਾਕਸ ਦੇ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ। ਅੱਜ ਦੀ ਵਿਸ਼ੇਸ਼ ਰਿਪੋਰਟ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ, ਬਹੁਤ-ਬਹੁਤ ਧੰਨਵਾਦ ਅਤੇ ਵੇਖਦੇ ਰਹੋ ਆਪਣਾ ਚੈਨਲ ਦ ਪੰਜਾਬ ਟਾਕਸ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਅਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸ ਡੌਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ? ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਅੱਜ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। RJ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ
ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਨੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੀ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ, ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ।